ਚੰਡੀਗੜ੍ਹ ਮੋਹਾਲੀ ਤੇ ਪੰਚਕੂਲਾ ਨੂੰ ਜਲਦ ਮੈਟਰੋ ਮਿਲਣ ਜਾ ਰਹੀ ਹੈ। ਇਸ ਗੱਲ ਦੀ ਪੁਸ਼ਟੀ ਇੱਕ ਮੀਟਿੰਗ 'ਚ ਹੋਈ ਹੈ, ਜਿਹਦੇ ਵਿੱਚ ਪ੍ਰਸ਼ਾਸਕ ਯਾਨੀ ਗਵਰਨਰ ਪੰਜਾਬ ਤੇ ਐਡਮਿਨਿਸਟ੍ਰੇਟਰ ਚੰਡੀਗੜ੍ਹ ਬਣਵਾਰੀ ਲਾਲ ਪੁਰੋਹਿਤ ਸੀਗੇ, ਜਿਹਦੇ ਵਿੱਚ ਅਨਮੋਲ ਗਗਨ ਮਾਨ ਕੈਬਨਿਟ ਮੰਤਰੀ ਪੰਜਾਬ ਵੱਲੋਂ ਤੇ ਦੂਜੇ ਪਾਸੇ ਮਨੋਹਰ ਲਾਲ ਖੱਟਰ ਹਰਿਆਣੇ ਦੇ ਮੁੱਖ ਮੰਤਰੀ ਸਨ। ਹਰੀ ਝੰਡੀ ਉੱਥੋਂ ਦਿਖਾ ਦਿੱਤੀ ਗਈ ਤੇ ਇਹ ਕਿਹਾ ਗਿਆ ਕਿ ਜਲਦ ਮੈਟਰੋ ਦਾ ਪ੍ਰੋਜੈਕਟ ਇੱਥੇ ਸ਼ੁਰੂ ਕਰ ਦਿੱਤਾ ਜਾਊਗਾ। ਹਰੀ ਝੰਡੀ ਪੰਜਾਬ ਤੇ ਹਰਿਆਣਾ ਵੱਲੋਂ ਵੀ ਦਿਖਾ ਦਿੱਤੀ ਗਈ। ਪਰ ਆਖਿਰਕਾਰ ਸ਼ੁਰੂਆਤ ਕਿੱਥੋਂ ਹੋਈ ਸੀ? ਇਸ ਸਾਰੀ ਗੱਲ ਦੀ ਸ਼ੁਰੂਆਤ ਹੋਈ ਸੀ ਚੋਣਾਂ ਵੇਲੇ, ਜਦ ਸਾਬਕਾ ਰੇਲ ਮੰਤਰੀ ਕਾਂਗਰਸ ਵੱਲੋਂ ਖੜੇ ਸੀਗੇ ਪਵਨ ਕੁਮਾਰ ਬੰਸਲ, ਤੇ ਉਹਨਾਂ ਨੇ ਕਿਹਾ ਸੀ ਕਿ ਚੰਡੀਗੜ੍ਹ 'ਚ ਮੈਟਰੋ ਦੀ ਲੋੜ ਹੈਗੀ ਹੈ, ਕਿਉਂਕਿ ਫਿਊਚਰ 'ਚ ਜਿਸ ਤਰੀਕੇ ਦੀ ਪੋਪੂਲੇਸ਼ਨ ਚੰਡੀਗੜ੍ਹ 'ਚ ਹੈਗੀ ਹੈ, ਟਰਾਈ ਸਿਟੀ 'ਚ ਹੈਗੀ ਹੈ, ਇਹ ਲੋੜ ਪਏਗੀ। ਦੂਜੇ ਪਾਸੇ ਕਿਰਨ ਖੇਰ ਜਿਹੜੇ ਕਿ ਹੁਣ ਸਾਂਸਦ ਨੇ, ਉਹ ਕਹਿੰਦੇ ਸੀਗੇ ਕਿ ਮੋਨੋ ਰੇਲ ਬਹੁਤ ਜ਼ਰੂਰੀ ਹੈ। ਹਾਲਾਂਕਿ ਕਿਰਨ ਖੇਰ ਨੇ ਇਸ 'ਤੇ ਕੋਈ ਜਵਾਬ ਨਹੀਂ ਦਿੱਤਾ। ਉਹ ਸਿਰਫ ਇੰਦਾ ਕਹਿੰਦੇ ਨਜ਼ਰ ਆਏ ਕਿ ਹਲੇ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਪੂਰੇ ਤਰੀਕੇ ਨਾਲ, ਉਸ ਤੋਂ ਬਾਅਦ ਮੈਂ ਗੱਲ ਕਰਾਂਗੀ। ਪਰ ਹੁਣ ਜਿਸ ਤਰੀਕੇ ਨਾਲ ਹਰੀ ਝੰਡੀ ਮੈਟਰੋ ਨੂੰ ਦਿੱਤੀ ਗਈ ਹੈ, ਇਸ ਵਕਤ ਸਾਡੇ ਨਾਲ ਪਵਨ ਕੁਮਾਰ ਬੰਸਲ ਨੇ। ਬੰਸਲ ਸਾਹਿਬ, ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ। ਬਹੁਤ ਬਹੁਤ ਧੰਨਵਾਦ ਤੁਹਾਡਾ। ਜਿਸ ਤਰੀਕੇ ਨਾਲ ਹਰੀ ਝੰਡੀ ਦੇ ਦਿੱਤੀ ਗਈ, ਸ਼ੁਰੂਆਤ ਤੁਹਾਡੇ ਵੱਲੋਂ ਕੀਤੀ ਗਈ ਸੀ ਕਿ ਮੈਟਰੋ ਹੋਣੀ ਚਾਹੀਦੀ ਹੈ। ਤੁਸੀਂ ਸਾਬਕਾ ਰੇਲ ਮੰਤਰੀ ਹੋ, ਤੁਸੀਂ ਸ਼ਾਇਦ ਉਸ ਸਮੇਂ ਵੀ ਰਿਪੋਰਟਸ ਚੈੱਕ ਕਰਾਈਆਂ ਹੋਣੀਆਂ, ਤੁਸੀਂ ਸੋਚ ਸਮਝ ਕੇ ਕਿਹਾ ਹੋਣਾ। ਕਾਰਨ ਕੀ ਲੱਗਿਆ ਸੀ ਉਸ ਸਮੇਂ? ਇਹ ਸਹੀ ਮਾਇਨੇ ਦੇ ਵਿੱਚ ਰੇਲ ਮੰਤਰੀ ਸਾਡੇ ਰੇਲ ਡਿਪਾਰਟਮੈਂਟ ਦਾ ਕੰਮ ਨਹੀਂ ਸੀਗਾ। ਇਹ ਕੰਮ ਸੀ ਕਿਉਂਕਿ ਉਧਰੋਂ ਤਾਂ ਰਾਈਟਸ ਜਿਹੜੀ ਹੈ ਇੱਕ ਰੇਲਵੇਜ਼ ਦਾ ਇੱਕ ਡਿਪਾਰਟਮੈਂਟ ਹੈ, ਉਹਨਾਂ ਨੇ ਜ਼ਰੂਰ ਇਸ 'ਤੇ ਆਪਣੀ ਰਿਪੋਰਟ ਬਣਾਈ ਸੀ। ਉਹ ਇੱਕ ਸਪੈਸ਼ਲਾਈਜ਼ਡ ਏਜੰਸੀ ਹੈ, ਪਰ ਇਹ ਕੰਮ ਸਹੀ ਮਾਇਨੇ ਦੇ ਵਿੱਚ ਇੱਥੋਂ ਦੇ ਐਡਮਿਨਿਸਟ੍ਰੇਸ਼ਨ ਦਾ ਅਤੇ ਗਵਰਨਮੈਂਟ ਆਫ ਇੰਡੀਆ ਦੇ ਤਹਿਤ ਆਉਂਦਾ ਹੈ। ਇਹ ਕੰਮ ਰੇਲਵੇਜ਼ ਦੇ ਤਹਿਤ ਨਹੀਂ ਆਉਂਦਾ। ਪਰ ਉਸ ਗੱਲ ਨੂੰ ਛੱਡਦੇ ਹੋਏ ਮੈਨੂੰ ਇਸ ਗੱਲ ਦੀ ਬਹੁਤ ਅੱਜ ਖੁਸ਼ੀ ਹੈ, ਸੈਟਿਸਫੈਕਸ਼ਨ ਹੈ ਕਿ ਇੱਕ ਚੀਜ਼ ਨੂੰ ਜਿਸ ਨੂੰ ਮੈਂ ਬਹੁਤ ਪਹਿਲਾਂ ਸੋਚਿਆ ਸੀ ਕਿ ਚੰਡੀਗੜ੍ਹ ਵਾਸਤੇ ਚਾਹੀਦੀ ਹੈ, ਉਹਦਾ ਅਖੀਰ ਦੇ ਵਿੱਚ ਬੇਸ਼ੱਕ ਇੰਨੀ ਦੇਰ ਵਿੱਚੋਂ ਪੈ ਗਈ। ਮੈਂ ਸਮਝਦਾ ਕਿ 10 ਸਾਲ ਤੋਂ 12 ਸਾਲਾਂ ਦਾ ਨੁਕਸਾਨ ਸਾਨੂੰ ਇਸ ਗੱਲ ਦਾ ਹੋ ਗਿਆ ਹੈ। ਹੁਣ ਤੱਕ ਤਾਂ ਕੁਝ ਕੰਮ ਅੱਛਾ ਨਜ਼ਰ ਆਇਆ ਹੁੰਦਾ, ਤੁਹਾਨੂੰ ਹੁੰਦਾ ਸ਼ਾਇਦ ਹੁਣ ਤੱਕ ਕੁਝ ਹਿੱਸਿਆਂ ਵਿੱਚ ਚੱਲ ਵੀ ਚੁੱਕੀ ਹੁੰਦੀ, ਪਰ ਚਲੋ ਦੇਰ ਆਏ ਦਰੁਸਤ ਆਏ। ਹੁਣ ਜਦੋਂ ਹੁਣ ਇਹਨਾਂ ਨੇ ਕੀਤਾ ਹੈ, ਮੈਂ ਆਸ ਕਰਦਾ ਹਾਂ ਕਿ ਹੁਣ ਬਿਨਾਂ ਟਾਈਮ ਜ਼ਾਇਆ ਕੀਤੇ ਜਲਦੀ ਇਸ ਦੀ ਅਪਰੂਵਲ ਕੇਂਦਰ ਵਿੱਚੋਂ ਹੋ ਜਾਵੇ ਅਤੇ ਇਸ 'ਤੇ ਕੰਮ ਸ਼ੁਰੂ ਹੋ ਜਾਵੇ। ਸ਼ਹਿਰ ਵਾਸਤੇ ਇਸ ਦੀ ਬਹੁਤ ਜ਼ਰੂਰਤ ਹੈ। ਅੱਜ ਚੰਡੀਗੜ੍ਹ ਨੂੰ ਅਸੀਂ ਆਈਸੋਲੇਸ਼ਨ ਵਿੱਚ ਨਹੀਂ ਵੇਖ ਸਕਦੇ। ਚੰਡੀਗੜ੍ਹ ਟਰਾਈ ਸਿਟੀ ਹੀ ਸਿਰਫ ਅਸੀਂ ਕਹਿੰਦੇ ਹਾਂ, ਹੁਣ ਤਾਂ ਟਰਾਈ ਸਿਟੀ ਤੋਂ ਵੀ ਅਗਾਂਹ ਵੱਧ ਗਿਆ। ਇੱਧਰਲੇ ਪਾਸੇ ਨਿਊ ਚੰਡੀਗੜ੍ਹ ਬਣ ਗਿਆ, ਕਿਤੇ ਪਹੁੰਚ ਗਿਆ ਹੈ। ਇੱਧਰ ਜ਼ੀਰਕਪੁਰ ਵਾਲੇ ਇੱਕ ਪਾਸੇ ਅਸੀਂ ਕਿੱਥੇ ਨਿਕਲਣ ਲੱਗੇ ਪਏ ਹੋਏ ਹਾਂ। ਤਾਂ ਮੋਹਾਲੀ ਚੰਡੀਗੜ੍ਹ ਪੰਚਕੂਲਾ ਹੀ ਨਹੀਂ ਹੈ ਸਿਰਫ, ਹੁਣ ਤਾਂ ਇਰਦ ਗਿਰਦ ਦਾ ਸਾਰਾ ਇਲਾਕਾ ਹੋ ਗਿਆ। ਅਤੇ ਇਹ ਜਦੋਂ ਅਸੀਂ ਮੈਟਰੋ ਦੀ ਗੱਲ ਕਰਦੇ ਹਾਂ, ਇਹ ਸਿਰਫ ਚੰਡੀਗੜ੍ਹ ਵਾਸਤੇ ਨਹੀਂ ਕਰਦੇ, 10 ਕਿਲੋਮੀਟਰ ਬਾਈ 10 ਕਿਲੋਮੀਟਰ ਦੇ ਏਰੀਆ ਵਾਸਤੇ ਨਹੀਂ ਕਰਦੇ। ਇੱਥੇ ਅੱਜ ਦੇ ਦਿਨ ਚੰਡੀਗੜ੍ਹ ਦੀਆਂ ਆਪਣੀਆਂ ਹੀ ਕਾਰਾਂ 2021 ਦੇ ਵਿੱਚ ਜਿੰਨੀ ਆਬਾਦੀ ਹੈ, ਉਦੋਂ ਜ਼ਿਆਦਾ ਚੰਡੀਗੜ੍ਹ ਦੇ ਵਿੱਚ ਵਹੀਕਲਸ ਸਨ। ਹਿੰਦੁਸਤਾਨ ਦਾ ਸਾਰਿਆਂ ਨਾਲੋਂ ਉਹ ਇੱਕੋ ਸ਼ਹਿਰ ਹੈ ਮਹਿਜ਼ ਜਿਹਦੇ ਵਿੱਚ ਆਬਾਦੀ ਦੇ ਨਾਲੋਂ ਜ਼ਿਆਦਾ ਵਹੀਕਲਸ ਹੋਣ। ਇਹ ਹਾਲਤ ਚੰਡੀਗੜ੍ਹ ਦੇ ਵਿੱਚ ਸੀ। ਅਤੇ ਹੁਣ ਇਸ ਦੇ ਇਲਾਵਾ ਤੁਸੀਂ ਦੇਖੋ ਕਿੰਨੇ ਇਰਦ ਗਿਰਦ ਦੇ ਇਲਾਕਿਆਂ 'ਚੋਂ ਲੋਕ ਇੱਥੇ ਰੋਜ਼ਾਨਾ ਆਉਂਦੇ ਨੇ ਜਾਂਦੇ ਹੈ। ਫਲੋਟਿੰਗ ਪੋਪੂਲੇਸ਼ਨ ਕਿੰਨੀ ਹੈ, ਕਿੰਨੇ ਲੋਕ ਉਹਨਾਂ ਤੋਂ ਕਾਰਾਂ 'ਚ ਆਉਂਦੇ ਨੇ, ਕਿੰਨੀ ਪੋਲਿਊਸ਼ਨ ਹੁੰਦੀ ਹੈ। ਉਹ ਸਾਰੀ ਨੂੰ ਰੋਕਣ ਵਾਸਤੇ ਮੈਟਰੋ ਅਗਰ ਮੇਰੇ ਹਿਸਾਬ ਦੇ ਵਿੱਚ ਅੱਜ ਦੇ ਦਿਨ ਤਾਂ ਜ਼ਰੂਰਤ ਇਹ ਹੈ। ਮੈਨੂੰ ਉਹ ਗੱਲ ਅੱਛੀ ਲੱਗੀ ਜਿਹੜੀ ਹਰਿਆਣਾ ਦੇ ਮੁੱਖ ਮੰਤਰੀ ਨੇ ਕਹੀ ਕਿ ਇਹਨੂੰ ਪਿੰਜੌਰ ਤੱਕ ਲੈ ਜਾਣਾ ਚਾਹੀਦਾ, ਕਾਲਕਾ ਤੱਕ ਲੈ ਜਾਣਾ ਚਾਹੀਦਾ ਹੈ, ਅਤੇ ਇੱਧਰ ਮੇਰੇ ਹਿਸਾਬ ਦੇ ਵਿੱਚ ਬਨੂੜ ਤੱਕ ਜ਼ਰੂਰ ਚਲੀ ਜਾਣੀ ਚਾਹੀਦੀ ਹੈ। ਇੱਧਰ ਖਰੜ ਤੱਕ ਤਾਂ ਹਰ ਹਾਲਤ 'ਚ ਪਹੁੰਚ ਜਾਣੀ ਚਾਹੀਦੀ ਹੈ। ਇੱਧਰ ਨਿਊ ਚੰਡੀਗੜ੍ਹ ਵਗੈਰਾ ਕਵਰ ਕਰ ਲੈਣਾ ਚਾਹੀਦਾ ਸਾਨੂੰ। ਐਂਡ ਅਗਾਂਹ ਨੂੰ ਵੱਧ ਸਕਦੀ ਹੋਵੇ, ਤੁਸੀਂ ਦਿੱਲੀ ਦਾ ਉਦਾਹਰਨ ਲਵੋ। ਸਾਨੂੰ ਇੱਕ ਭਵਿੱਖ ਵੱਲ ਵੇਖਣ ਦੀ ਲੋੜ ਹੈ। ਸਾਨੂੰ ਇਹ ਨਹੀਂ ਕਿ ਅੱਜ ਕਿੰਨੀ ਚੀਜ਼ ਦੀ ਜ਼ਰੂਰਤ ਹੈ, ਅਸੀਂ ਉਹਨਾਂ ਕੇ ਪਲਾਨ ਕਰ ਲਈਏ, ਕੰਮ ਨਹੀਂ ਚੱਲਦਾ। ਅੱਗੇ ਨੂੰ ਫਿਊਚਰ 5 ਸ਼ਾਰਟ ਟਰਮ ਹੁੰਦਾ, 5 ਸਾਲ 10 ਸਾਲ 15 ਸਾਲ। ਮੈਂ ਸਮਝਦਾ ਇਹ ਤਾਂ ਤੁਸੀਂ ਇੱਕ ਪਰਸਪੈਕਟਿਵ ਪਲਾਨ ਦੇ ਵਿੱਚ ਲੰਬੇ ਸਮੇਂ ਵਾਸਤੇ ਤੁਹਾਨੂੰ ਸੋਚ ਕੇ ਇਸ 'ਤੇ ਕੰਮ ਕਰਨਾ ਚਾਹੀਦਾ ਹੈ ਅਤੇ ਰੱਖਣਾ ਚਾਹੀਦਾ ਕਿ ਬਹੁਤ ਦੂਰ ਤੱਕ ਇਸ ਏਰੀਆਜ਼ ਨੂੰ ਕਵਰ ਕਰੇ। ਬਿਲਕੁਲ, ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਹਰ ਰੋਜ਼ ਆਫਿਸ ਆਵਰਸ ਦੇ ਵਿੱਚ ਜੇ ਟ੍ਰਿਬਿਊਨ ਚੌਂਕ ਦੀ ਗੱਲ ਕਰ ਲਈਏ, ਜ਼ੀਰਕਪੁਰ ਤੋਂ ਜਿਹੜੇ ਆ ਰਹੇ ਆ, ਜਾਂ ਮੋਹਾਲੀ ਸਾਈਡ ਦੀ ਗੱਲ ਕਰ ਲਈਏ, ਜਿਹੜਾ 에ਅਰਪੋਰਟ ਲਾਈਟਸ ਦੀ ਗੱਲ ਕਰ ਲਈਏ, ਜਾਂ ਹੋਰ ਕਈ ਇਲਾਕੇ ਨੇ ਕਲਾਗ੍ਰਾਮ ਚੌਂਕ ਸਾਈਡ ਦੀ ਗੱਲ ਕਰ ਲਈਏ, ਇਹ ਉਹ ਮੇਜਰ ਪੁਆਇੰਟਸ ਨੇ ਜਿੱਥੇ ਜ਼ਿਆਦਾਤਰ ਟ੍ਰੈਫਿਕ ਜਾਮ ਮਿਲਦਾ ਹੈ। ਇੱਕ ਸਮਾਂ ਸੀਗਾ ਜਦ ਤੁਸੀਂ ਪੰਚਕੂਲੇ ਤੋਂ ਚੱਲਦੇ ਸੀਗੇ ਤੇ ਪੰਜਾਬ ਯੂਨੀਵਰਸਿਟੀ ਪਹੁੰਚਣ 'ਚ ਤੁਹਾਨੂੰ ਅੱਧਾ ਘੰਟਾ ਮੈਕਸ ਟੂ ਮੈਕਸ ਲੱਗਦਾ ਸੀਗਾ, ਪਰ ਅੱਜ 1.5 ਘੰਟਾ ਵੀ ਲੱਗ ਜਾਂਦਾ ਕਿਉਂਕਿ ਇੰਨਾ ਜ਼ਿਆਦਾ ਜਾਮ ਹੁੰਦਾ ਹੈ। ਹੁਣ ਚੰਡੀਗੜ੍ਹ ਪ੍ਰਸ਼ਾਸਨ ਇਹ ਵੀ ਦੇਖ ਰਿਹਾ ਹੈ ਕਿ ਅਸੀਂ ਰਾਊਂਡ ਅਬਾਊਟਸ ਦੁਬਾਰਾ ਤੋਂ ਬੁਲਾ ਲਈਏ। ਜਿਹੜਾ ਪਹਿਲਾਂ ਵਿਰਾਸਤ ਸੀਗੀ ਚੰਡੀਗੜ੍ਹ ਦੀ, ਤੇ ਉਹ ਦੁਬਾਰਾ ਤੋਂ ਬਣਾਉਣ ਜਾ ਰਹੇ ਨੇ। 47 ਦੇ ਕਰੀਬ ਨੇ, 3 ਹੋਰ ਬਣਾਏ ਜਾ ਰਹੇ ਨੇ। ਲੱਗਦਾ ਕਿ ਟ੍ਰੈਫਿਕ ਫਲੋ ਜਿਹੜਾ ਹੈ ਉਹ ਸਮੂਥ ਹੋਏਗਾ। ਇਸ ਦੇ ਨਾਲ ਜੋ ਮੈਟਰੋ ਬਣੇਗੀ ਉਸ ਦੇ ਨਾਲ ਹੋਰ ਬੈਟਰ ਹੋਏਗਾ। ਇਹ ਜਿਹੜਾ ਸਾਡੇ ਰਾਊਂਡ ਅਬਾਊਟਸ ਦੀ ਗੱਲ ਹੈ, ਇੱਕ ਹਟ ਕੇ ਗੱਲ ਹੈ, ਆਪਣੇ ਆਪ ਦੇ ਵਿੱਚ ਵੱਡਾ ਮੁੱਦਾ ਹੈ। ਮੈਂ ਇਸ 'ਤੇ ਕਦੇ ਜ਼ਿਕਰ ਨਹੀਂ ਕੀਤਾ। ਮੈਨੂੰ ਤਾਂ ਇਹ ਵੀ ਗੱਲ ਸਮਝ ਨਹੀਂ ਪਈ ਇਹ ਕਿਉਂ ਤੋੜ ਕੇ ਉਹਨਾਂ ਨੂੰ ਉਹਦੇ ਇਰਦ ਗਿਰਦ ਪੈਡੈਸਟਰੀਅਨ ਵੇ ਬਣਾਉਣ ਲੱਗੇ ਨੇ।
ਉਹ ਟ੍ਰੈਫਿਕ ਵੱਧ ਰਹੀ ਹੈ, ਤੁਸੀਂ ਉੱਥੇ ਕੀ ਉਮੀਦ ਕਰਦੇ ਹੋ ਕਿ ਲੋਕ ਉੱਥੋਂ ਆ ਕੇ ਰਾਤੀ ਉਹਦੇ ਵਿੱਚ ਸੈਰ ਕਰਨਗੇ? ਅਤੇ ਜਦੋਂ ਨੀਵੇਂ ਬੰਦੇ ਨੇ, ਜਦੋਂ ਪਾਣੀ ਜ਼ਿਆਦਾ ਕਿਸੇ ਵਕਤ ਬਾਰਿਸ਼ ਦਾ ਇਕੱਠਾ ਹੋ ਗਿਆ, ਦਿਖੇਗਾ ਨਹੀਂ ਆਦਮੀ ਦੀ, ਬਲਕਿ ਗੱਡੀ ਸਿੱਧੀ ਜਾ ਕੇ ਉਹਦੇ ਨਾਲ ਟਕਰਾ ਸਕਦੀ ਹੈ। ਪੰਚਕੂਲੇ ਵਿੱਚ ਵੀ ਇਹੀ ਹੋ ਰਿਹਾ। ਪੰਚਕੂਲੇ ਨੂੰ ਵੇਖ ਕੇ ਇੱਥੇ ਕਰੀ ਜਾ ਰਹੇ ਨੇ, ਵੇਖਣ ਨੂੰ ਸੋਹਣੇ ਲੱਗਦੇ ਨੇ, ਪਰ ਉਹ ਗੱਲ ਮੈਂ ਸਮਝਦਾ ਇੱਕ ਖਤਰਨਾਕ ਗੱਲ ਹੈ। ਪਰ ਉਹ ਗੱਲ ਨੂੰ ਛੱਡਦੇ ਹੋਏ ਅਸੀਂ ਮੈਟਰੋ ਦੀ ਗੱਲ ਫੇਰ ਕਰਦੇ ਹੋਈਏ, ਮੈਟਰੋ ਵੇਲੇ ਤਾਂ ਇਹ ਸਾਰੀਆਂ ਗੱਲਾਂ ਦੀ ਜ਼ਰੂਰਤ ਹੀ ਨਹੀਂ ਹੋਏਗੀ, ਨੀਚੇ ਦੀ ਨਿਕਲ ਜਾਏਗੀ। ਚੰਡੀਗੜ੍ਹ ਸ਼ਹਿਰ ਵਿੱਚ ਦੀ ਤਾਂ ਉੱਪਰ ਦੀ ਰਾਊਂਡ ਅਬਾਊਟ ਜਿਸ ਤਰ੍ਹਾਂ ਦੇ ਵੀ ਹੋਣ, ਮੈਟਰੋ ਤਾਂ ਨੀਚੋਂ ਨਿਕਲੇਗੀ। ਸ਼ਹਿਰ ਦਾ ਤਾਲੁਕ ਹੈ ਜਿੱਥੋਂ ਤੱਕ, ਉਹਦੇ ਤਾਂ ਸਾਰੇ ਸ਼ਹਿਰ ਦੇ ਵਿੱਚ ਸਿਰਫ ਫੇਜ਼ 1 ਸ਼ਹਿਰ ਹੀ ਨਹੀਂ, ਜਿਹੜਾ ਕਿ ਹੈਰੀਟੇਜ ਅਸੀਂ ਆਪਣਾ ਹਿੱਸਾ ਕਹਿੰਦੇ ਹਾਂ, ਜਿਹਨੂੰ ਕੁਛ ਨਹੀਂ ਛੇੜਨਾ ਚਾਹੀਦਾ, ਉੱਥੇ ਵੀ ਕੋਈ ਪ੍ਰੋਬਲਮ ਨਹੀਂ ਹੋਣੀ, ਨੀਚੇ ਦੀ ਜਾਏਗਾ। ਅਤੇ ਮੇਰੀ ਰਾਏ ਬਿਲਕੁਲ ਕੰਸੀਡਰਡ ਵਿਊ ਹੈ ਕਿ ਜਿੰਨਾ ਕਿ ਇਹਨਾਂ ਨੇ ਫਸਟ ਫੇਜ਼ ਪਾਇਆ ਉਦੋਂ ਵੱਧ ਪਾਉਣਾ ਚਾਹੀਦਾ ਹੈ। ਅਗਰ ਤੁਸੀਂ PGI ਇੱਧਰੋਂ ਲੈ ਕੇ ਤੁਸੀਂ ਆਪਣਾ ਜਿਹੜਾ ਹਾਊਸਿੰਗ ਬੋਰਡ ਚੌਂਕ ਹੈ ਪੰਚਕੂਲੇ ਦਾ ਅਤੇ ਚੰਡੀਗੜ੍ਹ ਦਾ ਜਿੱਥੋਂ ਸ਼ੁਰੂ ਹੁੰਦਾ ਹੈ, ਉੱਥੋਂ ਲੈ ਕੇ ਅਗਰ ਤੁਸੀਂ PGI ਤੱਕ, ਯੂਨੀਵਰਸਿਟੀ ਨਾਲ ਆ ਗਈ, ਨਾਲ ਇੰਜੀਨੀਅਰਿੰਗ ਕਾਲਜ ਵਗੈਰਾ ਆ ਗਏ, ਅੱਗੇ ਸੈਕਟਰੀਏਟ ਆ ਗਿਆ, ਅੱਗੇ ਅਸੈਂਬਲੀ ਹਾਲ ਆ ਗਿਆ, ਇਹ ਸਾਰੇ ਇਲਾਕੇ ਵਾਸਤੇ ਜਿੰਨੀ ਦੇਰ ਤੱਕ ਤੁਸੀਂ ਨਹੀਂ ਬਣਾਓਗੇ ਤਾਂ ਕੋਈ ਫਾਇਦਾ ਨਹੀਂ ਹੋਏਗਾ। ਇਸ ਪਾਸਿਓਂ ਇੱਕ 43 ਪਾਸਿਓਂ ਜਿਹੜਾ ISBT ਹੈ 43, ਉੱਥੋਂ ਵੀ ਸੈਕਟਰੀਏਟ ਵਾਸਤੇ ਚਾਹੀਦਾ। ਤੁਹਾਨੂੰ 3 ਲਾਈਨਾਂ ਮੈਂ ਸਮਝਦਾ ਇਸ ਵਕਤ ਨਾਲ ਦੀ ਨਾਲ ਬਣਾਉਣ ਦੀ ਲੋੜ ਹੈ। ਇਹਦੇ ਨਾਲ ਕਈ ਸਵਾਲ ਉੱਠਣਗੇ, ਮੈਂ ਟੈਕਨੀਕਲ ਨਹੀਂ ਹਾਂ ਪਰ ਉੱਠਣਗੇ, ਕਿ ਜਿਹੜਾ ਜਿੱਥੋਂ ਪੁਆਇੰਟ ਆਏਗਾ ਬਾਹਰ, ਉੱਥੋਂ ਲੋਕਾਂ ਦੇ ਵਾਸਤੇ ਕੀ ਸਹੂਲਤ ਹੋਣੀ ਚਾਹੀਦੀ ਹੈ, ਕੀ ਉੱਥੇ ਪਾਰਕਿੰਗ ਦੀ ਫੈਸਿਲਿਟੀ ਕਿੱਡੀ ਹੋਣੀ ਚਾਹੀਦੀ ਹੈ। ਉੱਥੇ ਪਾਰਕਿੰਗ ਕਾਰਾਂ ਵਾਸਤੇ ਬਹੁਤ ਜ਼ਿਆਦਾ ਕਰਨ ਦੀ ਲੋੜ ਨਹੀਂ, ਉੱਥੇ ਤੁਹਾਨੂੰ ਇਨਕਰੇਜ ਕਰਨਾ ਚਾਹੀਦਾ ਹੈ ਕਿ ਜਿਹੜੇ ਇਹ ਅਸੀਂ ਛੋਟੇ ਛੋਟੇ ਹੁਣ ਚੱਲ ਰਹੇ ਨੇ, ਅੱਛੇ ਇਹਨਾਂ ਨੂੰ ਵਧੀਆ ਚੱਲਣ, ਇਹ ਰਿਕਸ਼ਾਜ਼, ਆਦਮੀ ਉਹਦੇ ਵਿੱਚੋਂ ਉਤਰੇ, ਰਿਕਸ਼ਾ ਦੇ ਵਿੱਚ 2 ਜਾਣੇ ਬੈਠ ਕੇ ਆਪਣਾ, ਅਗਰ 1 ਕਿਲੋਮੀਟਰ ਦਾ ਡਿਸਟੈਂਸ ਹੈ, ਅੱਧਾ ਕਿਲੋਮੀਟਰ ਦਾ ਡਿਸਟੈਂਸ ਹੈ, ਆਪਣੀ ਜਗ੍ਹਾ 'ਤੇ ਆਦਮੀ ਉੱਥੋਂ ਚਲਾ ਜਾਵੇ। ਉਹਦੇ ਨਾਲ ਮੈਂ ਸਮਝਦਾ ਇਹਦੀ ਨਜਿੱਠਿਆ ਜਾ ਸਕਦਾ ਹੈ ਸਮੱਸਿਆਵਾਂ ਜਿਹੜੀਆਂ ਨਾਲ ਫੇਸ ਸਮਝਦੇ ਕਿ ਇਹਦੇ ਨਾਲ ਨਾਲ ਅਟੈਂਡੈਂਟ ਹੁੰਦੀਆਂ ਨੇ, ਉੱਠਦੀਆਂ ਨੇ, ਉਹ ਕੋਈ ਵੱਡੀਆਂ ਸਮੱਸਿਆਵਾਂ ਨਹੀਂ ਹੋਣਗੀਆਂ। ਅੱਛਾ, ਇੱਕ ਜ਼ਰੂਰ ਸਵਾਲ ਵੀ ਚੁੱਕੇ ਜਾ ਰਹੇ ਨੇ ਕਈ ਲੋਕਾਂ ਵੱਲੋਂ ਕਿ ਮੀਟਿੰਗ 'ਚ ਮੇਅਰ ਸੀਗੇ, ਮੀਟਿੰਗ 'ਚ ਹਰ ਕੋਈ ਸੀਗਾ, ਪਰ ਸਾਡੀ ਜਿਹੜੀ ਸਥਾਨੀ ਸੰਸਦ ਨੇ ਕਿਰਨ ਖੇਰ, ਉਹ ਮੌਜੂਦ ਨਹੀਂ ਸੀਗੇ। ਚੋਣਾਂ ਵੇਲੇ ਉਹ ਅਪੋਜ਼ ਕਰਦੇ ਸੀਗੇ ਕਿ ਮੈਟਰੋ ਦੀ ਲੋੜ ਨਹੀਂ ਹੈਗੀ, ਮੋਨੋ ਰੇਲ ਦੀ ਲੋੜ ਹੈਗੀ ਹੈ, ਉਸ 'ਤੇ ਕੀ ਕਹੋ? ਮੈਂ ਇਹ ਸਮਝਦਾ ਕਿ ਸ਼ਾਇਦ ਉਹ ਜਦੋਂ ਮੋਨੋ ਰੇਲ ਜਾਂ ਮੈਟਰੋ ਰੇਲ ਦੀ ਗੱਲ ਕਰਦੇ ਨੇ, ਸ਼ਾਇਦ ਉਹਨਾਂ ਦੋਨਾਂ ਬਾਰੇ ਕਲੈਰਿਟੀ ਨਹੀਂ ਹੋਏਗੀ ਉਹਨਾਂ ਨੂੰ। ਬੇਸਿਕ ਜੋ ਬੁਨਿਆਦੀ ਤੌਰ 'ਤੇ ਜ਼ਰੂਰਤ ਹੈ ਉਹ ਹੈ ਮੈਸ ਰੈਪਿਡ ਟਰਾਂਸਪੋਰਟ ਸਿਸਟਮ, ਕਿ ਵੱਡੀ ਤਾਦਾਦ ਦੇ ਵਿੱਚ ਤੇਜ਼ੀ ਰਫ਼ਤਾਰ ਦੇ ਨਾਲ ਲੋਕ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਸਕਣ। ਬੱਸਾਂ ਨਾਲ ਨਹੀਂ ਜਾ ਸਕਦੇ, ਕਾਰਾਂ ਨਾਲ ਨਹੀਂ ਜਾ ਸਕਦੇ, ਉਹਦੇ ਵਾਸਤੇ ਸਾਰੀਆਂ ਨੇ, ਸਕਾਈ ਬੱਸਿਸ ਵੀ ਉਹਦੇ ਵਾਸਤੇ ਨੇ, ਉਹਦੇ ਵਾਸਤੇ ਮੋਨੋ ਰੇਲ ਵੀ ਹੈ, ਉਹਦੇ ਵਾਸਤੇ ਮੈਟਰੋ ਵੀ ਹੈ। ਪਰ ਮੋਨੋ ਰੇਲ ਵਗੈਰਾ ਜਿਹੜੀਆਂ ਚੀਜ਼ਾਂ ਨੇ, ਉਹ ਐਕਚੁਅਲੀ ਮੈਂ ਇਹ ਵੇਖਿਆ, ਜਿੰਨਾ ਕਿ ਮੈਨੂੰ ਕੁਝ ਥੋੜ੍ਹਾ ਜਿਹਾ ਕੁਝ ਦੂਜੀ ਬਾਹਰ ਦਾ ਇਲਮ ਹੈ, ਕਿ ਉਹ ਜਿਵੇਂ ਤੁਸੀਂ ਏਅਰਪੋਰਟ ਨੂੰ ਜਾਣਾ ਹੋਵੇ ਇੱਕ ਜਗ੍ਹਾ ਤੋਂ, 19 ਜਗ੍ਹਾ ਵਾਸਤੇ ਹੁੰਦੀਆਂ ਨੇ ਕਨੈਕਟ ਕੀਤੀਆਂ। ਏਅਰਪੋਰਟ ਦੇ 2-3 ਟਰਮੀਨਲਸ ਨੇ, ਦੂਰ ਦੂਰ ਹਟ ਕੇ ਹੋ ਜਾਂਦੇ ਨੇ। ਕਿਸੇ ਨੇ ਇੱਕ ਜਗ੍ਹਾ 'ਤੇ ਆਉਣਾ ਹੈ, ਉਤਰਿਆ ਕਿਸੇ ਜਗ੍ਹਾ ਤੋਂ, ਕਨੈਕਟਿੰਗ ਫਲਾਈਟ ਦੂਜੀ ਜਗ੍ਹਾ ਦੀ ਲੈ ਲਈ, ਉਹਨੇ ਲੈ ਲਿੱਤੀ, ਉੱਥੇ ਉਹ ਮੋਨੋ ਰੇਲਸ ਵਗੈਰਾ ਚੱਲ ਜਾਂਦੀਆਂ ਨੇ। ਸ਼ਹਿਰ ਦੇ ਵਿੱਚ ਜਦੋਂ ਬਾਹਰ 20-30 ਕਿਲੋਮੀਟਰ ਦੀ ਅਸੀਂ ਬਾਹਰ ਗੱਲ ਕਰ ਰਹੇ ਹਾਂ, ਉੱਥੇ ਮੋਨੋ ਰੇਲ, ਸਕਾਈ ਬੱਸਿਸ ਨਹੀਂ ਚੱਲ ਸਕਦੀਆਂ। ਉੱਥੇ ਤਾਂ ਮੈਟਰੋ ਹੀ ਇੱਕ ਉਹਦਾ ਜਵਾਬ ਹੈ ਸਾਨੂੰ ਵਧੀਆ। ਸ਼ਹਿਰ ਦੇ ਵਿੱਚ ਅੰਡਰਗਰਾਊਂਡ ਹੋਵੇਗੀ, ਸ਼ਹਿਰ ਤੋਂ ਬਾਹਰ ਨਿਕਲ ਕੇ ਓਵਰਗਰਾਊਂਡ ਹੋ ਜਾਏਗੀ, ਤਾਂ ਕਿ ਖਰਚਾ ਘੱਟ ਹੋਵੇਗਾ ਉੱਥੇ ਖਰਚ। ਇਸ ਲਈ ਬਾਕੀ ਟੈਕਨੀਕਲ ਲੋਕ ਜ਼ਿਆਦਾ ਦੱਸਣਗੇ, ਪਰ ਜਿੰਨਾ ਕੁ ਮੈਂ ਉਦੋਂ ਸਮਝਿਆ ਸਾਂ ਸਾਰੀ ਗੱਲ ਨੂੰ, ਮੈਂ ਤੇ ਕਾਫੀ ਆਪਣਾ ਟਾਈਮ ਲਗਾਇਆ ਸੀ। ਮੇਰਾ ਇੱਕ ਪੈਸ਼ਨ ਸੀ ਕਿ ਮੈਂ ਇੱਥੇ ਮੈਟਰੋ ਦਾ ਕੰਮ ਸ਼ੁਰੂ ਕਰਾਉਣਾ ਹੈ। ਪਾਸ ਹੋ ਗਿਆ ਸੀ, ਇੱਥੇ ਰੂਟ ਤੈਅ ਹੋ ਗਏ ਸਨ। ਸੜਕਾਂ 'ਤੇ ਤੁਸੀਂ ਉਸ ਵਕਤ ਅਗਰ ਵੇਖਿਆ ਹੋਏਗਾ ਕਿ ਜਗ੍ਹਾ ਜਗ੍ਹਾ ਇੰਡੀਕੇਸ਼ਨਸ ਲੱਗ ਗਈਆਂ ਸਨ ਕਿ ਮੈਟਰੋ ਲਾਈਨ ਇੱਥੋਂ ਨਿਕਲ ਰਹੀ ਹੈ। ਉੱਥੇ ਕੰਮ ਇਸ ਤਰ੍ਹਾਂ ਦਾ ਸ਼ੁਰੂ ਹੋ ਗਿਆ ਸੀ, ਸੋਇਲ ਟੈਸਟਿੰਗ ਹੋ ਗਈ ਸੀ। ਉਸ ਤੋਂ ਬਾਅਦ ਸਡਨਲੀ ਰੁਕਿਆ, ਕਿਉਂਕਿ ਕਿਰਨ ਖੇਰ ਜੀ ਇਹ ਮਹਿਸੂਸ ਕਰਦੇ ਸਨ ਕਿ ਗਲਤ ਹੈ। ਆਦਮੀ ਦਾ ਆਪਣਾ ਆਪਣਾ ਵਿਊ ਹੁੰਦਾ ਹੈ, ਉਹਨਾਂ ਦੀ ਆਪਣੀ ਸੋਚ ਹੈ, ਕੋਈ ਇਹਦੇ ਵਿੱਚ ਮੈਂ ਨਿੱਜੀ ਤੌਰ 'ਤੇ ਕੁਝ ਕਿਸੇ 'ਤੇ ਕੋਈ ਇਲਜ਼ਾਮ ਲਾਉਣ ਵਾਲੀ ਗੱਲ ਨਹੀਂ। ਪਰ ਮੈਂ ਸਮਝਦਾ ਕਿ ਸ਼ਾਇਦ ਉਹਨਾਂ ਨੇ ਬਾਹਲਾ ਇਸ 'ਤੇ ਗੌਰ ਨਾਲ ਸੋਚਿਆ ਨਹੀਂ ਸੀ, ਗੌਰ ਨਾਲ ਇਸ ਨੂੰ ਪਰਖਿਆ ਨਹੀਂ ਸੀ, ਇਸ਼ੂ ਨੂੰ ਐਗਜ਼ਾਮਿਨ ਨਹੀਂ ਸੀ ਕੀਤਾ, ਅਤੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਨਹੀਂ ਮੈਟਰੋ ਤਾਂ ਸ਼ਹਿਰ ਨੂੰ ਖਰਾਬ ਕਰ ਦੇਗੀ। ਇਹ ਨਹੀਂ ਉਹਨਾਂ ਨੇ ਦੇਖਿਆ ਕਿ ਮੈਟਰੋ ਤਾਂ ਸ਼ਹਿਰ ਦੇ ਅੰਦਰੋਂ ਨੀਚੋਂ ਜਾਏਗੀ। ਚੰਡੀਗੜ੍ਹ ਦੇ ਵਿੱਚ ਅਗਰ ਅਸੀਂ, ਮੈਂ ਕਹਿ ਦੇਵਾਂ, ਸਾਡੇ ਇਹੀ ਚੌਂਕ ਤੋਂ ਲੈ ਲਵੋ, ਜਿਹੜਾ ਸਾਡਾ 26 ਸੈਕਟਰ ਵਾਲਾ ਰਾਊਂਡ ਅਬਾਊਟ ਹੈ ਟਰਾਂਸਪੋਰਟ ਚੌਂਕ, ਇੱਥੋਂ PGI ਤੱਕ ਜਾਏਗੀ, ਇੱਥੇ ਕਿੱਥੇ ਹੋਏਗਾ ਉੱਪਰ? ਕੀ ਲੱਗਦਾ ਨਹੀਂ ਕਿ ਉਸ ਸਮੇਂ ਚੋਣਾਂ ਸੀਗੀਆਂ, ਇਸ ਕਰਕੇ ਸਿਰਫ ਅਪੋਜ਼ ਕਰਨ ਲਈ ਉਹਨਾਂ ਨੇ ਮੋਨੋ ਰੇਲ ਦੀ ਗੱਲ ਕੀਤੀ ਸੀ, ਕਿਉਂਕਿ ਮੋਨੋ ਰੇਲ ਦੀ ਵੀ ਕੋਈ ਉਸ ਤੋਂ ਬਾਅਦ ਗੱਲ ਨਹੀਂ ਹੋਈ। ਮੈਂ ਸਮਝਦਾ ਕਿ ਸ਼ਾਇਦ ਚੋਣਾਂ ਦੇ ਵਿੱਚ ਇਹ ਬਹੁਤ ਵੱਡਾ ਮੁੱਦਾ ਨਹੀਂ ਸੀ। ਅਗਰ ਇਹ ਮੁੱਦਾ ਹੁੰਦਾ ਤਾਂ ਸ਼ਾਇਦ ਫਿਰ ਤਾਂ ਲੋਕ ਮੇਰੇ ਨਾਲ ਵੋਟ ਪਾਉਂਦੇ। ਸ਼ਾਇਦ ਇਹ ਮੁੱਦਾ ਹੀ ਨਹੀਂ ਸੀ। ਉਹਨਾਂ ਨੇ ਕਿਉਂ ਉਸ ਵਕਤ ਗੱਲ ਕੀਤੀ, ਅਤੇ ਉਹ ਮੁੱਦੇ ਹੋਰ ਤਰ੍ਹਾਂ ਦੇ ਆ ਜਾਂਦੇ ਨੇ, ਇਸ਼ੂਜ਼ ਹੋਰ ਆ ਜਾਂਦੀਆਂ, ਅਤੇ BJP ਵਾਲੇ ਅਦਰਵਾਈਜ਼ ਜਾਣਦੇ ਨੇ ਅੱਛੀ ਤਰ੍ਹਾਂ ਕਿ ਕਿਵੇਂ ਭੜਕਾ ਦਿਓ, ਉਹ ਮੁੱਦਿਆਂ ਨੂੰ ਬਦਲ ਦਿਓ। ਜਿਹੜੇ ਮੁੱਦੇ ਵਿਕਾਸ ਦੇ ਹੁੰਦੇ ਨੇ ਉਹਨਾਂ ਨੂੰ ਛੱਡ ਦਿਓ,
ਵਿਕਾਸ ਦੇ ਮੁੱਦਿਆਂ ਨੂੰ ਛੱਡ ਕੇ ਹੋਰ ਪਾਸੇ ਲੋਕਾਂ ਨੂੰ ਲਗਾ ਲਓ। ਇਹ ਤਾਂ ਬੀਜੇਪੀ ਦੀ ਖਾਸੀਅਤ ਹੈ। ਉਹਦੇ ਵਿੱਚ ਕਾਮਯਾਬ ਹੋ ਜਾਂਦੇ ਨੇ। ਇਹੀ ਉਹਨਾਂ ਦੇ ਲੀਡਰਸ ਨੇ ਆ ਕੇ ਇੱਥੇ ਭਾਸ਼ਣ ਦਿੱਤੇ, ਉਹਨਾਂ ਦੇ ਨਾਲ ਉਹ ਇਲੈਕਸ਼ਨ ਜਿੱਤ ਗਏ। ਮੌਕੇ 'ਤੇ ਐਲਾਨ ਉਹਨਾਂ ਨੇ ਇਸ ਤਰ੍ਹਾਂ ਦੇ ਕਰਤੇ, ਲੋਕਾਂ ਨੂੰ ਸਬਜ਼ ਬਾਗ ਦਿਖਾਏ, ਲੋਕਾਂ ਨੂੰ ਦਿਖਾਤਾ ਕਿ ਆਸਮਾਨ ਤੋਂ ਚੰਦਰਮਾ ਤੋੜ ਕੇ ਲਿਆ ਕੇ ਤੁਹਾਨੂੰ ਦੇ ਦੇਵਾਂਗੇ, ਇੱਥੇ ਦੁੱਧ ਤੇ ਦਹੀਂ ਦੀਆਂ ਸ਼ਹਿਦ ਦੀਆਂ ਨਹਿਰਾਂ ਚਲਾ ਦਿਆਂਗੇ। ਉਹ ਕੁਝ ਨਹੀਂ ਹੁੰਦਾ, ਪਰ ਪਰਵਾਹ ਨਹੀਂ ਕਰਦੇ, ਉਹਨੇ ਨੂੰ ਮੁੱਦਾ ਬਦਲ ਕੇ ਹੋਰ ਗੱਲ 'ਤੇ ਲੈ ਜਾਂਦੇ ਨੇ। ਤੇ ਤੁਸੀਂ ਗੱਲ ਕਰ ਰਹੇ ਹੋ ਹੁਣ ਭਾਸ਼ਣ ਦੀ, ਉਹ ਜੇ ਗੱਲ ਕਰ ਲਈਏ, ਇੱਕ ਬੜਾ ਭਾਸ਼ਣ ਕੰਟਰੋਵਰਸ਼ੀਅਲ ਹੋ ਰਿਹਾ ਜਿੱਥੇ ਕਿਰਨ ਖੇਰ ਇਹ ਕਹਿੰਦੇ ਨੇ ਕਿ ਜੇ ਮੈਨੂੰ ਵੋਟਾਂ ਨਹੀਂ ਪਾਈਆਂ ਮੈਂ ਇੰਨਾ ਕੰਮ ਕਰਾਤਾ ਤਾਂ ਛਿੱਤਰ ਮਾਰਾਂਗੀ। ਮੈਂ ਇੱਥੇ ਕੁਝ ਨਹੀਂ ਕਹਿਣਾ ਚਾਹੁੰਦਾ, ਤੇ ਮੈਂ ਸਮਝਦਾ ਹਾਂ ਕਿ ਮੈਂ ਨਿੱਜੀ ਤੌਰ 'ਤੇ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਹਾਂ, ਤੇ ਮੈਨੂੰ ਇਹ ਵੀ, ਮੈਂ ਇਮਾਨਦਾਰੀ ਨਾਲ ਮੈਨੂੰ ਇਹ ਵੀ ਕਹਿਣਾ ਪਏਗਾ ਕਿ ਉਹਨਾਂ ਨੇ ਕੋਈ ਬੁਰੇ ਇਰਾਦੇ ਨਾਲ ਅਜਿਹੀ ਗੱਲ ਨਹੀਂ ਕਹੀ। ਇੱਕ ਸਟਾਈਲ ਹੈ ਉਹਨਾਂ ਦਾ ਗੱਲ ਕਰਨ ਦਾ, ਪਰ ਜਦੋਂ ਅਸੀਂ ਪਬਲਿਕ ਲਾਈਫ ਦੇ ਵਿੱਚ ਹੁੰਦੇ ਹਾਂ, ਸਾਨੂੰ ਇਰਾਦੇ ਕੀ ਨੇ ਉਹ ਨਹੀਂ ਮੈਟਰ ਕਰਦੇ। ਸਾਨੂੰ ਪਬਲਿਕ ਲਾਈਫ ਦੇ ਵਿੱਚ ਅਸੀਂ ਗੱਲ ਕਹਿੰਦੇ ਵੀ ਕਿਵੇਂ ਹਾਂ ਉਹ ਮੈਟਰ ਕਰਦਾ ਹੈ। ਇਹ ਗੱਲ ਅੱਛੀ ਨਹੀਂ ਲੱਗਦੀ ਜਦੋਂ ਇਸ ਤਰ੍ਹਾਂ ਦੀ ਗੱਲ ਕੋਈ ਕਿਸੇ ਨੂੰ ਕਹੋ। ਮੇਰੇ ਨਾਲ ਵੀ ਕਈ ਜਗ੍ਹਾ ਤੋਂ ਹੋਇਆ, ਮੈਨੂੰ ਲੱਗਦਾ ਰਿਹਾ ਕਿ ਇੱਥੋਂ ਮੈਨੂੰ ਵੋਟਾਂ ਪੈ ਜਾਣੀਆਂ ਚਾਹੀਦੀਆਂ ਸੀ, ਇੱਥੇ ਤਾਂ ਮੈਂ ਇਹ ਚੀਜ਼ਾਂ ਕਰਾਈਆਂ। 5 ਨੰਬਰ ਕਾਲੋਨੀ ਦੀ ਉਦਾਹਰਨ ਦੇ ਤੌਰ 'ਤੇ ਕੀ ਕੁਛ 5 ਨੰਬਰ ਕਾਲੋਨੀ 'ਚੋਂ ਨਹੀਂ ਕੀਤਾ, ਪਰ ਕਦੇ ਵੋਟਾਂ ਨਹੀਂ ਉੱਥੋਂ ਪਈਆਂ। ਉਹਦੇ ਬਾਵਜੂਦ ਅਲਟੀਮੇਟਲੀ ਪ੍ਰਾਈਵੇਟ ਕਾਲੋਨੀ ਤੋਂ ਪੱਕੀ ਕਾਲੋਨੀ, ਸਰਕਾਰੀ ਕਾਲੋਨੀ ਬਣਵਾ ਕੇ, ਉੱਥੇ ਲੋਕਾਂ ਦੇ ਮਕਾਨ ਬਣਵਾ ਕੇ, ਫਿਰ ਉਸ ਤੋਂ ਬਾਅਦ ਉਹਨਾਂ ਦੀ ਰੀਲੋਕੇਸ਼ਨ ਕਰਕੇ ਨਹੀਂ ਪਈਆਂ ਤਾਂ ਨਹੀਂ ਪਈਆਂ। ਇਹ ਤਾਂ ਲੋਕਾਂ ਦੀ ਹੈ, ਲੋਕਾਂ ਦੀ ਹਰ ਮਨ ਦੇ ਵਿੱਚ ਹੁੰਦਾ ਕੀ ਕਰਨਾ। ਇਹ ਤਾਂ ਮੈਂ ਨਹੀਂ ਕਦੇ ਕਹਾਂਗਾ ਕਿ ਉਹਨਾਂ ਨੇ ਕਿਉਂ ਇਹ ਨਹੀਂ ਕੀਤਾ, ਮੈਂ ਤਾਂ ਇਹ ਵੀ ਨਹੀਂ ਕਦੇ ਕਿਹਾ। ਸਰ ਮੇਰਾ ਇੱਕ ਇਹ ਸਵਾਲ ਜ਼ਰੂਰੀ ਹੈ ਕਿਉਂਕਿ ਹੈਰੀਟੇਜ ਬਹੁਤ ਜ਼ਰੂਰੀ ਹੈ ਚੰਡੀਗੜ੍ਹ ਦੀ, ਪਰ ਜੇ ਮੈਟਰੋ ਬਣੇਗੀ ਤਾਂ ਲੱਗਦਾ ਨਹੀਂ ਹੈਰੀਟੇਜ ਕਿਤੇ ਨਾ ਕਿਤੇ ਖਰਾਬ ਹੋਏਗੀ, ਕਿਉਂਕਿ ਫਲਾਈਓਵਰਸ ਜਦ ਬਣਨ ਦੀ ਗੱਲ ਹੁੰਦੀ ਹੈ ਤਾਂ ਸਵਾਲ ਚੁੱਕੇ ਜਾਂਦੇ ਨੇ ਕਿ ਆਖਿਰਕਾਰ ਜੇ ਫਲਾਈਓਵਰ ਬਣੇਗਾ ਟ੍ਰਿਬਿਊਨ ਚੌਂਕ ਤੇ ਆਖਿਰਕਾਰ ਪਰੇਸ਼ਾਨੀ ਕਾਫੀ ਆ ਸਕਦੀ ਹੈ, ਕਿਉਂਕਿ ਟ੍ਰੈਫਿਕ ਤਾਂ ਰੁਕੇਗਾ ਹੀ ਉਸ ਸਮੇਂ ਲਈ, ਪਰ ਜੋ ਸ਼ਹਿਰ ਦੀ ਖੂਬਸੂਰਤੀ ਹੈ, ਸ਼ਹਿਰ ਦੀ ਵਿਰਾਸਤ ਹੈ, ਉਹ ਖਰਾਬ ਹੋਏਗੀ। ਤਾਂ ਮੈਟਰੋ ਨਾਲ ਵੀ ਹੋ ਸਕਦਾ। ਦੇਖੋ, ਮੈਟਰੋ ਨਾਲ ਤਾਂ ਬਿਲਕੁਲ ਨਹੀਂ ਹੋਏਗੀ। ਮੈਂ ਜਿਵੇਂ ਹੁਣੇ ਪਹਿਲਾਂ ਕਿਹਾ ਸੀ ਕਿ ਮੈਟਰੋ ਤਾਂ ਸ਼ਹਿਰ ਦੇ ਨੀਚੋਂ ਨਿਕਲਣੀ ਹੈ। ਉੱਪਰ ਕੱਲਾ ਕੀ ਆਏਗਾ, ਜਿੱਥੇ ਉਹਨਾਂ ਦਾ ਸਟੇਸ਼ਨ ਬਣੇਗਾ ਕਿ ਜਿੱਥੋਂ ਅਸੀਂ ਲੋਕ ਪੈਸੇਂਜਰਸ ਨੀਚੇ ਜਾਵਾਂਗੇ, ਕੰਮਿਊਟਰਸ, ਸਿਰਫ ਉੱਥੇ ਜਿਹੜਾ ਬਣਦਾ ਸਟਰਕਚਰ ਉਹ ਬਣੇਗਾ। ਉਹ ਸ਼ਾਇਦ ਉਹ ਕਿਤੇ ਨਾ ਕਿਤੇ, ਮੈਨੂੰ ਇਸ ਵਕਤ ਖਿਆਲ ਨਹੀਂ ਕਿ ਮੱਧੇ ਮਾਰਗ ਦਾ ਉਦਾਹਰਨ ਲੈ ਲਓ, ਇੱਥੇ ਜਗ੍ਹਾ ਬੇਸ਼ੱਕ ਘੱਟ ਹੈ ਦੋਨੋਂ ਪਾਸੇ, ਕਿਤੇ ਨਾ ਕਿਤੇ ਸ਼ਾਇਦ ਫਿਰ ਵੀ ਜਗ੍ਹਾ ਉਹਨਾਂ ਵਾਸਤੇ ਹੋਏਗੀ। ਕਿੱਥੋਂ ਨੀਚੋਂ ਲੈ ਕੇ ਜਾ ਕੇ ਤੁਸੀਂ ਬਣਾ ਸਕਦੇ ਹੋ, ਉਨੇ ਸਟਰਕਚਰ ਤੋਂ ਇਲਾਵਾ ਹੋਰ ਕੁਝ ਨਹੀਂ ਹੋਏਗਾ। ਉਹਦੇ ਵਾਸਤੇ ਅਗਰ ਪਤਾ ਨਹੀਂ ਕੋਈ ਸ਼ੋਰੂਮ ਵੀ ਕਿਸੇ ਇੱਕ ਜਗ੍ਹਾ 'ਤੇ ਕੋਈ ਆਂਦਾ ਹੋਵੇ ਜਾਂ ਹੋਰ, ਉਹ ਛੋਟੀ ਗੱਲ ਰਹੇਗੀ। ਉਹਨਾਂ ਨੂੰ ਪੂਰਾ ਕੰਪਨਸੇਸ਼ਨ ਮਿਲ ਕੇ ਉਸ ਤੋਂ ਬਾਅਦ ਹੁੰਦਾ ਹੈ। ਸਰਕਾਰੀ ਜ਼ਮੀਨਾਂ ਨਾਲ ਪਈਆਂ ਨੇ, ਪੂਰੇ ਸ਼ਹਿਰ 'ਚ ਉੱਪਰ ਨਹੀਂ ਆਏਗਾ। ਪਰ ਮੈਂ ਫਿਰ ਇੱਥੇ ਵੀ ਇਹ ਚੀਜ਼ ਕਹਿ ਦਿਆਂ ਕਿ ਮੈਂ ਫਲਾਈਓਵਰਸ ਦੇ ਵੀ ਅਗੇਂਸਟ ਨਹੀਂ ਹਾਂ। ਹੈਰੀਟੇਜ ਦਾ ਮਤਲਬ ਇੱਕ ਹੁੰਦਾ ਕਿ ਸ਼ਹਿਰ ਦੀ ਜੋ ਇਹਦੀ ਬਣਤਰ ਹੈ ਅਸੀਂ ਉਹ ਰੱਖਣਾ ਹੈ। ਉਹਦੇ ਵਾਸਤੇ ਜਿਹੜੀ ਸਾਰਿਆਂ ਨਾਲੋਂ ਵੱਡੀ ਗੱਲ ਮੈਂ ਸਮਝਦਾ ਕਿ ਇੱਥੇ ਅਪਾਰਟਮੈਂਟਸ ਵੱਡੇ ਵੱਡੇ ਨਹੀਂ ਬਣਨੇ ਚਾਹੀਦੇ। ਤੁਸੀਂ ਅੱਛੇ ਸ਼ਹਿਰਾਂ ਦੇ ਵਿੱਚ ਓਟੋਵਾ ਜਾ ਕੇ ਵੇਖ ਲਵੋ, ਤੁਸੀਂ ਵਾਸ਼ਿੰਗਟਨ ਜਾ ਕੇ ਵੇਖ ਲਵੋ, ਉਹ ਉੱਥੋਂ ਦੀ ਕੈਪੀਟਲ ਹੈ, ਰਾਜਧਾਨੀ ਹੈ ਅਮਰੀਕਾ ਦੀ। ਉੱਥੇ ਬੈਸਟ ਐਂਡ ਲਗਜ਼ਰੀ ਹੋਟਲ ਜਿਨ੍ਹਾਂ 'ਚ ਕੰਟਰੀਜ਼ ਦੇ ਪ੍ਰੈਜ਼ੀਡੈਂਟਸ ਆ ਕੇ ਰਹਿੰਦੇ ਨੇ, ਉਹ ਵੀ 4 ਮੰਜ਼ਿਲ ਤੋਂ ਉੱਚਾ ਨਹੀਂ ਹੈ। ਉਹ ਗੱਲਾਂ ਵੇਖਣ ਦੀ ਲੋੜ ਹੈ। ਖੁੱਲ੍ਹੀ ਸਪੇਸ ਛੱਡਣ ਦੀ ਲੋੜ ਹੈ ਸਾਨੂੰ। ਉਹਦੀ ਡੈਂਸਿਟੀ ਜਿਹੜੀ ਹੁੰਦੀ ਹੈ ਪਾਪੂਲੇਸ਼ਨ ਦੀ, ਉਹ ਵੱਧ ਨਹੀਂ ਹੋਣੀ ਚਾਹੀਦੀ। ਅਗਰ ਅਸੀਂ ਮੈਟਰੋ ਨੂੰ ਅਸੀਂ ਸਮਝੀਏ ਕਿ ਉਹਦੀ ਹੈਰੀਟੇਜ ਨੂੰ ਵਿਗਾੜ ਦੇਗਾ, ਨੀਚੋਂ ਦੀ ਨਿਕਲ ਜਾਏਗੀ, ਕੋਈ ਹੈਰੀਟੇਜ ਉਹਦੇ ਨਾਲ ਨਹੀਂ ਵਿਗੜੇਗਾ। ਫਲਾਈਓਵਰ ਇੱਥੇ ਨਹੀਂ ਚਾਹੀਦੇ, ਪਰ ਅਗਰ ਟ੍ਰਿਬਿਊਨ ਵਰਗੀ ਜਗ੍ਹਾ 'ਤੇ 1-2 ਫਲਾਈਓਵਰ ਬਣਦੇ ਵੀ ਹਨ, ਮੈਂ ਉਹਦੇ ਵੀ ਖਿਲਾਫ ਨਹੀਂ ਹਾਂ। ਅਗਰ ਉਸ ਅਲਟੀਮੇਟਲੀ, ਪਰ ਉਹਨਾਂ ਨੂੰ ਪੂਰਾ ਸਟੱਡੀ ਕਰਨ ਦੀ ਲੋੜ ਹੈ। ਜਿਹੜਾ ਕਿ ਮੈਂ ਪਿਛਲੀ ਵਾਰ ਵੇਖਿਆ ਹੈ, ਉਹਦਾ ਕੋਈ ਹੱਲ ਨਹੀਂ ਹੋਣਾ ਸੀ। ਉਹ ਇੱਕ ਜਗ੍ਹਾ ਦੀ ਕੰਜੈਸ਼ਨ ਦੂਜੀ ਜਗ੍ਹਾ 'ਤੇ ਜਾ ਕੇ ਹੋ ਜਾਣੀ ਸੀ ਇਕੱਠੀ। ਟ੍ਰਿਬਿਊਨ ਤੋਂ ਚੌਂਕ ਤੋਂ ਲੰਘ ਜਾਣਾ ਸੀ, ਉਦੋਂ ਪਿੱਛੇ ਹੋ ਜਾਣੀ ਸੀ ਕੰਜੈਸ਼ਨ। ਇਹ ਗੱਲਾਂ ਨੂੰ ਸੋਚ ਕੇ ਵੇਖ ਕੇ ਫੇਰ ਕਰ ਲੈਣ, ਕੋਈ ਗੱਲ ਨਹੀਂ। ਤੁਹਾਨੂੰ ਅਗਾਂਹ ਜਦੋਂ ਅਸੀਂ ਵੱਧਦੇ ਹਾਂ, ਪ੍ਰੋਗਰੈਸ ਹੁੰਦੀ ਹੈ, ਕੁਛ ਨਾ ਕੁਛ ਸਾਨੂੰ ਪਿਛਲੀਆਂ ਗੱਲਾਂ ਛੱਡ ਕੇ ਅੱਗੇ ਵਧਣਾ ਚਾਹੀਦਾ, ਜਿਹਨੂੰ ਕਹਿੰਦੇ ਨੇ ਕਿ ਕੰਟੀਨਿਊਟੀ ਵਿਦ ਚੇਂਜ। ਅਸੀਂ ਕਹੀਏ ਕੁਛ ਬਦਲਣਾ ਹੀ ਨਹੀਂ, ਉਹ ਵੀ ਠੀਕ ਨਹੀਂ ਹੁੰਦਾ। ਅਸੀਂ ਕਹੀਏ ਸਭ ਕੁਛ ਬਦਲ ਦੇਣਾ, ਤੋੜ ਦੇਣਾ, ਪੁਰਾਣਾ ਹੋ ਗਿਆ ਤਾਂ ਹੁਣ ਨਵਾਂ ਬਣਾ ਲੈਣਾ, ਉਹ ਵੀ ਠੀਕ ਨਹੀਂ। ਇਸ ਤਰ੍ਹਾਂ ਸਾਨੂੰ ਥੋੜ੍ਹਾ ਥੋੜ੍ਹਾ ਵੇਖ ਕੇ ਕਿਤੇ ਕੀ ਹੈ। ਹੁਣ 10 ਮਰਲਿਆਂ ਦੇ ਮਕਾਨ ਦੇਖੋ ਤੁਸੀਂ, ਪਹਿਲਾਂ ਤਾਂ ਇੱਕੋ ਲਾਈਨ ਦੇ ਸਿੱਧੇ ਮੋਨੋਟਨਸ ਜੇ ਬਣੇ ਹੋਏ ਸਨ। ਹੁਣ ਸਾਰਿਆਂ ਨੂੰ ਇਜਾਜ਼ਤ ਦੇਤੀ ਕਿ ਆਪਣੇ ਆਪਣੇ ਹਿਸਾਬ ਨਾਲ ਬਣਾ ਲਿਓ। ਬੁਰੇ ਲੱਗਦੇ ਨੇ, ਚੰਗੇ ਲੱਗਦੇ ਹੈ, ਕੋਈ ਗਲਤ ਨਹੀਂ। ਅਗਰ ਸ਼ਹਿਰ ਨੂੰ ਅਸੀਂ ਬਿਲਕੁਲ ਹੀ ਉਸ ਤਰ੍ਹਾਂ ਦਾ ਦਿਖਾ ਦਈਏ, ਇੱਕੋ ਤਰ੍ਹਾਂ ਦਾ, ਉਹ ਵੀ ਕੋਈ ਬਹੁਤ ਅੱਛੀ ਗੱਲ ਨਹੀਂ। ਇਹ ਵੀ ਬਦਲ ਦਿੱਤਾ ਨਾ, ਆਰਕੀਟੈਕਚਰ ਪਹਿਲਾਂ ਨਾਲੋਂ ਲੈ ਕਬੂਜ਼ੇ ਦੇ ਪਲਾਨ ਨਾਲੋਂ ਬਦਲਿਆ ਗਿਆ, ਪਰ ਅੱਛਾ ਹੋ ਗਿਆ, ਸੋਹਣਾ ਲੱਗਦਾ 10 ਮਰਲਿਆਂ 'ਤੇ। ਉਹਨਾਂ ਲੋਕਾਂ ਨੂੰ ਰਹਿੰਦੇ ਲੱਗੇਗਾ ਵੀ ਹਾਂ ਅਸੀਂ ਵੀ ਇੱਕ ਅੱਛੇ 10 ਮਰਲੇ, ਕੋਈ ਘੱਟ ਜਗ੍ਹਾ ਨਹੀਂ। ਅੱਜ ਦੇ ਦਿਨ ਕੀਮਤ ਉਹਨਾਂ ਦੀ ਕਿੱਡੀ ਵੱਡੀ ਹੋ ਗਈ ਹੈ। ਉਹਨਾਂ ਨੂੰ ਵੀ ਲੱਗੇਗਾ, ਸਾਰੇ ਉਹਨਾਂ ਦੇ ਜਿਹੜੇ ਮਾਲਿਕ ਨੇ, ਕਿ ਅਸੀਂ ਅੱਛੀ ਜਗ੍ਹਾ 'ਚ ਰਹਿ ਰਹੇ ਹਾਂ। ਤਾਂ ਇਸ ਲਈ ਥੋੜ੍ਹਾ ਥੋੜ੍ਹਾ ਅਗਰ ਬਦਲਦੇ ਰਹਿੰਦੇ ਹਾਂ ਕੁਛ ਨਾ ਕੁਛ ਕਿਤੇ ਡਿਜ਼ਾਈਨਸ, ਕੋਈ ਐਸੀ ਗੱਲ ਨਹੀਂ ਹੈ। ਧੰਨਵਾਦ। ਸਾਡੇ ਨਾਲ ਗੱਲ ਕਰਨ ਦਾ ਇਹ ਸੀਗੇ ਪਵਨ ਕੁਮਾਰ ਬੰਸਲ, ਜਿਹੜੇ ਸਾਬਕਾ ਰੇਲ ਮੰਤਰੀ ਨੇ, ਜਿਹੜੇ ਕਿ ਮੁਬਾਰਕਬਾਦ ਵੀ ਦੇ ਰਹੇ ਨੇ ਚੰਡੀਗੜ੍ਹ ਵਾਸੀਆਂ ਨੂੰ, ਪਰ ਨਾਲ ਦੇ ਨਾਲ ਕਹਿ ਰਹੇ ਨੇ ਕਿ ਟਾਈਮ ਦੇ ਨਾਲ ਬਦਲਣਾ ਪੈਂਦਾ ਹੈ ਥੋੜ੍ਹਾ ਥੋੜ੍ਹਾ ਕਰਕੇ। ਜਿਹੜੀ ਟ੍ਰੈਡੀਸ਼ਨ ਹੈ, ਜਿਹੜੀ ਵਿਰਾਸਤ ਹੈ ਚੰਡੀਗੜ੍ਹ ਦੀ, ਉਹ ਖਰਾਬ ਨਹੀਂ ਹੋਏਗੀ, ਕਿਉਂਕਿ ਮੈਟਰੋ ਜਿਹੜੀ ਹੈ ਉਹ ਅੰਡਰਗਰਾਊਂਡ ਤੋਂ ਜਾਏਗੀ। ਤੇ ਨਾਲ ਦੇ ਨਾਲ ਇਹ ਵੀ ਕਹਿ ਰਹੇ ਨੇ ਕਿ ਰਾਈਟਸ ਵੱਲੋਂ ਉਸ ਸਮੇਂ ਵੀ ਜਿਹੜਾ ਹੈ ਡਿਸੀਜਨ ਲਿੱਤਾ ਗਿਆ ਸੀਗਾ, ਉਸ ਸਮੇਂ ਜਦ ਇਹਨਾਂ ਦੀ ਸਰਕਾਰ ਸੀਗੀ, ਉਸ ਸਮੇਂ ਇਹਨਾਂ ਨੇ ਸ਼ੁਰੂਆਤ ਕਰਵਾ ਦਿੱਤੀ ਸੀਗੀ, ਪਰ ਕਾਰਨਾਂ ਕਰਕੇ ਉਹ ਚੀਜ਼ ਰੁਕ ਗਈ।
ਪਰ ਹੁਣ ਉਮੀਦ ਇਹੀ ਕਰ ਰਹੇ ਨੇ ਕਿ ਜਿੰਨਾ ਜਲਦੀ ਹੋ ਸਕੇ, ਜਿੰਨਾ ਜਲਦੀ ਟ੍ਰੈਫਿਕ ਤੋਂ ਨਿਜਾਤ ਮਿਲ ਸਕੇ ਚੰਡੀਗੜ੍ਹ ਵਾਸੀਆਂ ਨੂੰ, ਓਨਾ ਬਿਹਤਰ ਹੈ। ਮੈਂ ਤੁਹਾਡੀ ਪਰਮਿਸ਼ਨ ਨਾਲ ਇੱਕ ਚੀਜ਼ ਕਹਿ ਦੇਵਾਂ ਇਸ ਤੋਂ ਬਾਅਦ ਕਿ ਉਦੋਂ ਕੋਈ ਕਾਰਨਾਂ ਦੇ ਕਾਰਨ ਨਹੀਂ ਰੁਕੀ ਸੀ, ਉਹ ਤਾਂ ਚੱਲ ਰਹੀ ਸੀ। ਅਗਰ ਅਸੀਂ ਹੁੰਦੇ ਤਾਂ ਹੁਣ ਤੱਕ ਕੁਝ ਹੋ ਚੁੱਕਿਆ ਹੁੰਦਾ। ਇਹ ਰੁਕਿਆ ਉਸ ਤੋਂ ਬਾਅਦ 2014 ਤੋਂ ਬਾਅਦ, ਜਦੋਂ ਸਾਡੀ ਸਰਕਾਰ ਨਹੀਂ ਰਹੀ, ਉਸ ਤੋਂ ਬਾਅਦ ਰੋਕਿਆ ਗਿਆ। ਇਹ ਆਹੀ ਕਾਰਨ ਸੀ। ਉਦੋਂ ਰਾਜਨੀਤਿਕ ਚੇਂਜ ਨਵੇਂ ਲੋਕਾਂ ਦੇ ਹੱਥ ਵਿੱਚ ਆਈ, ਉਹਨਾਂ ਨੇ ਸਮਝਿਆ ਨਹੀਂ ਚਾਹੀਦੀ, ਇਸ ਕਰਕੇ ਨਹੀਂ ਬਣੀ। ਬਿਲਕੁਲ, ਕਿਉਂਕਿ ਜੇ ਅੱਜ ਤੱਕ ਬਣ ਗਈ ਹੁੰਦੀ ਤਾਂ ਸ਼ਾਇਦ ਜੋ ਟ੍ਰੈਫਿਕ ਦੀ ਸਮੱਸਿਆ ਚੰਡੀਗੜ੍ਹ ਤੇ ਟਰਾਈ ਸਿਟੀ ਦੇ ਲੋਕ ਜੂਝ ਰਹੇ ਨੇ, ਉਸ ਤੋਂ ਸ਼ਾਇਦ ਨਿਜਾਤ ਪਹਿਲਾਂ ਹੀ ਮਿਲ ਗਿਆ ਹੁੰਦਾ। ਕੈਮਰਾ ਪਰਸਨ ਸੀਆਰਾਮ ਦੇ ਨਾਲ ਬਜ਼ਮ ਵਰਮਾ, ਡੇਲੀ ਪੋਸਟ, ਚੰਡੀਗੜ੍ਹ।